ਕਹਿੰਦੇ ਨੇ ਇਸ਼ਕ ਉਮਰ ਤੇ ਸਮੇਂ ਦਾ ਮੁਹਤਾਜ ਨਹੀਂ ਹੁੰਦਾ, ਇਹ ਕਿਸੇ ਨੂੰ ਵੀ ਕਦੋਂ ਵੀ ਹੋ ਜਾਂਦਾ ਏ। ਐਵੇਂ ਹੀ ਕੁਝ ਮੇਰੇ ਨਾਲ ਹੋਇਆ। ਸੁਣਿਆ ਤਾਂ ਬਹੁਤ ਸੀ ਕਿ ਪਹਿਲੀ ਨਜ਼ਰ 'ਚ ਪਿਆਰ ਤਾਂ ਸਿਰਫ ਫਿਲਮਾਂ 'ਚ ਹੀ ਹੁੰਦਾ, ਪਰ ਮੈਨੂੰ ਹਕੀਕਤ 'ਚ ਹੋਇਆ। ਮੈਂ ਤੁਹਾਨੂੰ ਅੱਜ ਆਪਣੇ ਹੀ ਇਸ਼ਕ ਦੀ ਦਾਸਤਾਨ ਸੁਣਾਉਣ ਜਾ ਰਿਹਾ। ਮੇਰਾ ਨਾਮ ਰਵੀ ਹੈ। ਇਹ ਗੱਲ ਜੂਨ 2017 ਦੀ ਹੈ, ਜਦ ਮੈਂ ਆਪਣੇ ਪਿੰਡ ਗਿਆ ਸੀ। ਉਸ ਮਹੀਨੇ 'ਚ ਹੀ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਸੀ ਤੇ ਅਸੀਂ ਸਾਰਾ ਪਰਿਵਾਰ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਦੁਪਹਿਰ ਨੂੰ ਪਿੰਡ ਪਹੁੰਚ ਗਏ। ਮੈਂ ਪਿੰਡ ਪਹਿਲੀ ਵਾਰ ਗਿਆ ਸੀ, ਜਿਸ ਕਰਕੇ ਮੈਂ ਕਿਸੇ ਨੂੰ ਜਾਣਦਾ ਨਹੀਂ ਸੀ, ਨਾ ਹੀ ਕੋਈ ਮੈਨੂੰ ਜਾਣਦਾ ਸੀ। ਫਿਰ ਥੋੜੀ ਦੇਰ ਬਾਅਦ ਭੂਆ ਦਾ ਮੁੰਡਾ ਆ ਗਿਆ ਤੇ ਅਸੀਂ ਦੋਵੇਂ ਪਿੰਡ ਦੇਖਣ ਨਿਕਲ ਗਏ ਤੇ ਵਾਪਸ ਆਉਂਦੇ ਹੋਏ ਸ਼ਾਮ ਹੋ ਗਈ ਤੇ ਸਭ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਹੋਏ ਸੀ। ਮੈਂ ਵੀ ਭੂਆ ਦੇ ਛੋਟੇ ਮੁੰਡੇ ਨਾਲ ਵਿਆਹ ਦੇ ਕੰਮ ਕਰਾਉਣ ਲੱਗਾ ਤੇ ਜਦ ਮੈਂ ਕੋਈ ਕੰਮ ਕਰਕੇ ਛੱਤ ਤੇ ਗਿਆ ਤੇ ਦੇਖਿਆ ਉੱਥੇ 2-3 ਕੁੜੀਆਂ ਤੇ ਮੇਰੀ ਭੈਣਾਂ ਸੀ, ਜਿਸ ਕਰਕੇ ਮੈਂ ਥੱਲੇ ਆ ਗਿਆ ਤੇ ਤਿਆਰ ਹੋਣ ਲੱਗਾ ਤੇ ਆਪਣੇ ਬਾਲਾਂ ਨੂੰ ਜੈਲ ਨਾਲ ਸੈੱਟ ਕਰਨ ਲੱਗਾ। ਜਦੋਂ ਮੈਂ ਆਪਣੇ ਬਾਲ ਸੈੱਟ ਕਰ ਰਿਹਾ ਸੀ ਤਾਂ ਉੱਥੇ ਇੱਕ ਨਿੱਕੀ ਜਿਹੀ ਕੁੜੀ ਆਈ ਤੇ ਮੇਰੇ ਤੋਂ ਕਹਿਣ ਲੱਗੀ, ਪੂਜਾ ਦੀਦੀ ਨੇ ਸ਼ੀਸ਼ਾ ਮੰਗਿਆ ਹੈ, ਜੋ ਕਿ ਮੇਰੇ ਕੋਲ ਸੀ। ਮੈਂ ਕਿਹਾ ਹੁਣੇ ਨਹੀਂ ਮਿਲਣਾ, ਥੋੜੀ ਦੇਰ ਬਾਅਦ ਲੈ ਜਾਇਓ, ਤੇ ਉਹ ਉੱਥੋਂ ਚਲੀ ਗਈ। ਸ਼ਾਇਦ ਉਸ ਛੋਟੀ ਕੁੜੀ ਨੇ ਦੱਸ ਦਿੱਤਾ ਸੀ ਕਿ ਮੈਂ ਉਹਨੂੰ ਸ਼ੀਸ਼ਾ ਦੇਣ ਤੋਂ ਮਨਾ ਕਰਤਾ। ਉਹ ਖੁਦ ਹੀ ਆਈ ਤੇ ਕਹਿਣ ਲੱਗੀ, ਪਲੀਜ਼ ਕੁਝ ਟਾਈਮ ਲਈ ਸ਼ੀਸ਼ਾ ਦੇ ਦਿਓ, ਸੁਮਨ ਦੀਦੀ ਨੇ ਤਿਆਰ ਹੋਣਾ ਏ। ਸੁਮਨ ਮੇਰੀ ਭੂਆ ਦੀ ਕੁੜੀ ਹੈ। ਜਦੋਂ ਮੈਂ ਉਹਨੂੰ ਪਹਿਲੀ ਵਾਰ ਦੇਖਿਆ ਤਾਂ ਮੈਂ ਉਹਦੇ ਅੱਗੇ ਕੁਝ ਬੋਲ ਹੀ ਨਾ ਸਕਿਆ ਤੇ ਉਹ ਮੇਰੇ ਹੱਥਾਂ ਤੋਂ ਸ਼ੀਸ਼ਾ ਲੈ ਕੇ ਚਲੀ ਗਈ। ਜੇਕਰ ਉਹਦੇ ਬਾਰੇ ਦੱਸਾਂ ਤਾਂ ਉਹਨੇ ਬਲੈਕ ਜੀਨ ਅਤੇ ਸਫੇਦ ਸ਼ਰਟ ਪਾਈ ਸੀ, ਦੇਖਣ ਨੂੰ ਪਤਲੀ ਜਿਹੀ ਪਰ ਮੂੰਹ ਥੋੜਾ ਭਰਿਆ ਹੋਇਆ ਸੀ। ਉਹਦੇ ਬਾਲ ਘੁੰਘਰਾਲੇ ਜਿਹੇ ਤੇ ਉਹਦਾ ਰੰਗ ਨੋਰਮਲ ਤੇ ਅੱਖਾਂ ਮੋਟੀਆਂ ਸੀ। ਉਹਦੀ ਆਵਾਜ਼ ਸੁਣ ਕੇ ਮੈਨੂੰ ਸਭ ਬੇਸੁਰੇ ਜਿਹੇ ਲੱਗਣ ਲੱਗੇ, ਜਿਵੇਂ ਉਹਦੀ ਆਵਾਜ਼ 'ਚ ਕੋਈ ਜਾਦੂ ਹੋਵੇ। ਫਿਰ ਕੁਝ ਟਾਈਮ ਬਾਅਦ ਮੈਂ ਬਾਹਰ ਆ ਕੇ ਵਿਆਹ ਵਿੱਚ ਉਲਝ ਗਿਆ ਤੇ ਆਪਣੇ ਭੂਆ ਚਾਚੇ ਦੇ ਮੁੰਡਿਆਂ ਨਾਲ ਖਾਣ ਪੀਣ ਲੱਗੇ। ਮੇਰੇ ਦਿਮਾਗ 'ਚ ਚੱਲ ਰਿਹਾ ਸੀ ਕਿ ਉਹ ਸ਼ਾਇਦ ਪਿੰਡ ਦੀ ਹੋਵੇਗੀ, ਉਹ ਵਿਆਹ 'ਚ ਤਾਂ ਜ਼ਰੂਰ ਆਊਗੀ। ਐਵੇਂ ਹੀ ਰਾਤ ਨਿਕਲ ਗਈ ਪਰ ਉਹ ਨਾ ਦਿਸੀ ਕਿਤੇ ਵੀ। ਐਵੇਂ ਹੀ ਉਹ ਰਾਤ ਨਿਕਲ ਗਈ ਤੇ ਅਗਲੇ ਦਿਨ ਬਰਾਤ ਵਾਲਾ ਦਿਨ ਸੀ। ਸਵੇਰ ਹੋ ਗਈ ਤੇ ਅਸੀਂ ਸਾਰੇ ਨਹਾ ਧੋ ਕੇ ਚਾਹ ਪੀਣ ਲੱਗੇ। ਐਵੇਂ ਹੀ ਸਮਾਂ ਲੰਘਦਾ ਗਿਆ ਤੇ ਦੁਪਹਿਰ ਹੋ ਗਈ। ਮੈਂ ਫ਼ੋਨ ਚਲਾ ਰਿਹਾ ਸੀ ਤੇ ਸਾਰੇ ਭੈਣ ਭਰਾ ਆ ਗਏ ਤੇ ਮੈਨੂੰ ਮੋਟਰ ਵੱਲ ਜਾਣ ਲਈ ਕਹਿਣ ਲੱਗੇ ਤੇ ਮੈਂ ਮਨਾ ਕਰ ਦਿੱਤਾ, ਪਰ ਸਭ ਜਾ ਰਹੇ ਸੀ ਤੇ ਮੈਂ ਵੀ ਨਾਲ ਚੱਲ ਪਿਆ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਉੱਥੇ ਪਹਿਲਾਂ ਤੋਂ 2-3 ਕੁੜੀਆਂ ਸੀ, ਜਿਸ 'ਚ ਉਹ ਕੁੜੀ ਵੀ ਸੀ ਤੇ ਆਪਸ 'ਚ ਸਾਰੇ ਗੱਲ ਕਰਨ ਲੱਗੇ। ਸਭ ਇੱਕ ਦੂਜੇ ਨੂੰ ਜਾਣਦੇ ਸੀ ਸ਼ਾਇਦ, ਤੇ ਮੈਂ ਵੀ ਉਹਨਾਂ ਨਾਲ ਸੀ ਤੇ ਚੁੱਪਚਾਪ ਬੈਠਾ ਹੋਇਆ ਸੀ, ਕਿਉਂਕਿ ਮੈਂ ਬਹੁਤ ਘੱਟ ਬੋਲਦਾ ਸੀ ਤੇ ਨਾ ਹੀ ਕਿਸੇ ਨਾਲ ਕੋਈ ਖਾਸ ਪਹਿਚਾਣ ਸੀ ਮੇਰੀ। ਉੱਥੇ ਜਾ ਕੇ ਹੀ ਮੈਨੂੰ ਪਤਾ ਲੱਗਾ ਕਿ ਉਹਦਾ ਨਾਂ ਪੂਜਾ ਹੈ ਤੇ ਉਹ ਪਿੰਡ ਦੀ ਨਹੀਂ ਆ, ਦਿੱਲੀ ਤੋਂ ਆਈ ਆ ਆਪਣੀ ਭੂਆ ਕੋਲ ਪਿੰਡ ਘੁੰਮਣ। ਉਹ ਵਿਆਹ 'ਚ ਨਹੀਂ ਸੀ ਆਈ ਕਿਉਂਕਿ ਉਹ ਆਪਣੀ ਭੂਆ ਕੋਲ ਆਈ ਸੀ। ਉਦੋਂ ਉਹਦੀ ਭੂਆ ਦੀ ਕੁੜੀ ਵੀ ਉਹਦੇ ਨਾਲ ਸੀ। ਉਹ ਉਸ ਤੋਂ ਵੀ ਸੋਹਣੀ ਸੀ ਤੇ ਉਸ ਤੋਂ ਛੋਟੀ ਸੀ। ਹੌਲੀ ਹੌਲੀ ਸਾਡੀ ਗੱਲਬਾਤ ਸ਼ੁਰੂ ਹੋ ਗਈ ਤੇ ਉਹਦੀ ਭੈਣ, ਜਿਸ ਦਾ ਨਾਂ ਉਰਮਿਲਾ ਸੀ, ਉਹਦੇ ਨਾਲ ਜ਼ਿਆਦਾ ਗੱਲ ਹੋ ਰਹੀ ਸੀ। ਉੱਥੇ 2 ਮੰਜੀ ਪਈ ਸੀ ਜਿਸ ਤੇ ਅਸੀਂ ਸਾਰੇ ਬੈਠੇ ਸੀ। ਹੁਣ ਸਾਰੇ ਖੇਤ ਤੇ ਪਿੰਡ ਦੇਖਣ ਲਈ ਜਾ ਰਹੇ ਸੀ। ਮੈਂ ਉੱਥੇ ਹੀ ਮੰਜੇ ਤੇ ਲੰਮੇ ਪੈ ਗਿਆ। ਫਿਰ ਪੂਜਾ ਕਹਿਣ ਲੱਗੀ, ਸਾਰੇ ਜਾ ਰਹੇ ਆ, ਚਲੋ ਚੱਲੀਏ। ਮੈਂ ਕਿਹਾ ਤੁਸੀਂ ਜਾਓ, ਮੈਂ ਆ ਜਾਵਾਂਗਾ। ਪਰ ਉਹ ਕਹਿਣ ਲੱਗੀ, ਚਲੋ ਯਾਰ, ਸਾਰੇ ਜਾ ਰਹੇ ਆ, ਤੇ ਉਹਨੇ ਆਪਣਾ ਹੱਥ ਅੱਗੇ ਵਧਾ ਦਿੱਤਾ ਮੈਨੂੰ ਉਠਾਉਣ ਲਈ, ਤੇ ਮੈਂ ਆਪਣਾ ਹੱਥ ਦਿੱਤਾ ਤੇ ਉੱਠ ਗਿਆ ਤੇ ਅਸੀਂ ਸਾਰੇ ਪਿੰਡ ਘੁੰਮ ਰਹੇ ਸੀ ਤੇ ਸ਼ਾਮ ਹੋਣ ਵਾਲੀ ਸੀ ਤੇ ਅਸੀਂ ਸਾਰੇ ਵਿਆਹ ਵਾਲੇ ਘਰ ਆ ਗਏ। ਭੂਆ ਦੀ ਕੁੜੀ ਮੈਨੂੰ ਬਹੁਤ ਮੰਨਣ ਲੱਗੀ ਸੀ ਤੇ ਅਸੀਂ ਭੈਣ ਭਰਾ ਦੀ ਬਹੁਤ ਬਣਦੀ ਸੀ। ਹੌਲੀ ਹੌਲੀ ਟਾਈਮ ਬਰਾਤ ਜਾਣ ਦਾ ਆ ਗਿਆ ਤੇ ਅਸੀਂ ਸਭ ਤਿਆਰ ਹੋ ਕੇ ਜਾਣ ਲੱਗੇ ਤੇ ਪੂਜਾ ਦੀ ਭੈਣ ਵੀ ਸਾਡੇ ਨਾਲ ਹੀ ਆਈ, ਪਰ ਪੂਜਾ ਨਹੀਂ ਆਈ ਤੇ ਅਸੀਂ ਸਾਰੇ ਵਿਆਹ ਵਾਲੀ ਬੱਸ ਤੇ ਜਾ ਕੇ ਬੈਠ ਗਏ ਤੇ ਬਰਾਤ ਦੇ ਬੜੇ ਨਜ਼ਾਰੇ ਲਿੱਤੇ। ਇਹ ਮੇਰਾ ਪਿੰਡ 'ਚ ਪਹਿਲੇ ਵਿਆਹ ਦਾ ਐਕਸਪੀਰੀਅੰਸ ਸੀ। ਅਸੀਂ ਸਵੇਰ ਨੂੰ ਵਿਆਹ ਤੋਂ ਵਾਪਸ ਆ ਗਏ ਤੇ ਐਵੇਂ ਹੀ ਇਹ ਵਿਆਹ ਵਾਲਾ ਦਿਨ ਵੀ ਨਿਕਲ ਗਿਆ। ਅਗਲੇ ਦਿਨ ਅਸੀਂ ਸਾਰਿਆਂ ਨੇ ਸਪੀਕਰ ਤੇ ਗਾਣੇ ਲਾ ਲਏ ਤੇ ਕੁਝ ਮੁੰਡੇ ਕੁੜੀਆਂ ਡਾਂਸ ਕਰਨ ਲੱਗੇ। ਉਹ ਕੁੜੀ ਵੀ ਉੱਥੇ ਹੀ ਬੈਠੀ ਸੀ। ਸਭ ਲੋਕ ਬੈਠੇ ਸੀ। ਉਹ ਕੂਲਰ ਦੇ ਸਾਹਮਣੇ ਬੈਠ ਕੇ ਵੀ ਇਹੋ ਜਿਹੀ ਕਰ ਰਹੀ ਸੀ ਜਿਵੇਂ ਕਿ ਉਹਨੂੰ ਬਹੁਤ ਗਰਮੀ ਲੱਗ ਰਹੀ ਹੋਵੇ ਤੇ ਮੈਂ ਉਹਨੂੰ ਕਿਹਾ, ਉਹ ਓਵਰ ਐਕਟਰ, ਕੂਲਰ ਸਾਹਮਣੇ ਬੈਠ ਕੇ ਵੀ ਤੁਹਾਨੂੰ ਇੰਨੀ ਗਰਮੀ ਲੱਗ ਰਹੀ ਆ, ਲੱਗਦਾ ਅੱਜ ਨਹਾਇਆ ਨਹੀਂ ਤੁਸੀਂ। ਤੇ ਸਾਰੇ ਹੀ ਹੱਸਣ ਲੱਗੇ। ਉਦੋਂ ਤੋਂ ਸਾਰੇ ਹੀ ਉਸ ਨੂੰ ਓਵਰ ਐਕਟਰ ਕਹਿਣ ਲੱਗੇ।
ਐਵੇਂ ਹੀ ਹਾਸੇ ਮਜ਼ਾਕ ਕਰਦੇ ਨੂੰ ਦੁਪਹਿਰ ਹੋ ਗਈ। ਅਸੀਂ ਫੇਰ ਖੂਹ ਵੱਲ ਨੂੰ ਘੁੰਮਣ ਚਲੇ ਗਏ। ਪਿੰਡ ਬੜਾ ਸੋਹਣਾ ਸੀ। ਮੈਂ ਨਾਲ ਵੀਡੀਓ ਬਣਾ ਰਿਹਾ ਸੀ ਪਿੰਡ ਦੀ। ਮੈਂ ਪੂਜਾ ਦੀ ਭੈਣ ਨਾਲ ਗੱਲ ਕਰ ਰਿਹਾ ਸੀ। ਉਹ ਵੀ ਆ ਗਈ ਤੇ ਕਹਿਣ ਲੱਗੀ, ਕੀ ਗੱਲ ਕਰਦੇ ਪਏ ਤੁਸੀਂ? ਮੈਂ ਕਿਹਾ, ਲਾਈਨ ਮਾਰ ਰਿਹਾ ਸੀ, ਪਰ ਇਹ ਹਾਂ ਨਹੀਂ ਕਰ ਰਹੀ ਤੇ ਉਹ ਹੱਸਣ ਲੱਗੀ। ਫਿਰ ਮੈਂ ਕਿਹਾ, ਤੁਸੀਂ ਗੱਲਬਾਤ ਕਰਾ ਦਿਓ ਨਾ ਮੇਰੀ ਇਹਦੇ ਨਾਲ। ਉਹ ਕਹਿੰਦੀ, ਤੁਸੀਂ ਆਪ ਕਰੋ, ਮੈਂ ਨਹੀਂ ਕਰਾਉਂਦੀ। ਗੱਲ ਕਰਦੇ ਕਰਦੇ ਮੈਨੂੰ ਉਹਨਾਂ ਦੀ ਉਮਰ ਪਤਾ ਲੱਗੀ। ਪੂਜਾ 16 ਸਾਲ ਦੀ ਤੇ ਉਰਮਿਲਾ 15 ਸਾਲ ਦੀ ਸੀ। ਉਦੋਂ ਮੇਰੀ ਉਮਰ 18 ਸਾਲ ਹੀ ਸੀ। ਮੈਂ ਅੱਜ ਤੋਂ ਪਹਿਲਾਂ ਕਦੇ ਕਿਸੇ ਕੁੜੀ ਨਾਲ ਬਹੁਤਾ ਗੱਲ ਨਹੀਂ ਕੀਤੀ ਸੀ, ਕਿਉਂਕਿ ਮੈਨੂੰ ਗੱਲ ਕਰਨ 'ਚ ਪਤਾ ਨਹੀਂ ਕਿਉਂ ਡਰ ਜਾ ਲੱਗਦਾ ਸੀ। ਪਰ ਹੁਣ ਸਾਡੇ ਵਿੱਚ ਹਾਸੇ ਮਜ਼ਾਕ ਹੋਣ ਲੱਗੇ ਸੀ ਤੇ ਉਹ ਦੋਵੇਂ ਮੇਰੇ ਨਾਲ ਹਾਸੇ ਮਜ਼ਾਕ 'ਚ ਬਾਲਾ ਖੁਸ਼ ਹੁੰਦੀਆਂ ਸੀ। 2-3 ਘੰਟੇ ਬਾਅਦ ਅਸੀਂ ਸਾਰੇ ਘਰ ਵਾਲ ਆ ਗਏ ਤੇ ਉਰਮਿਲਾ ਆਪਣੇ ਘਰੋਂ ਚਾਹ ਬਣਾ ਕੇ ਲੈ ਆਈ। ਮੈਂ ਕਿਹਾ, ਬੜੀ ਸੇਵਾ ਹੋ ਰਹੀ ਆ ਮਹਿਮਾਨਾਂ ਦੀ। ਨਾਲ ਹੀ ਪੂਜਾ ਕਹਿਣ ਲੱਗੀ, ਸਾਨੂੰ ਤਾਂ ਕਦੇ ਬਣਾ ਕੇ ਪਿਲਾਈ ਨਹੀਂ, ਅੱਜ ਪਤਾ ਨਹੀਂ ਕਿਵੇਂ ਤਰਸ ਆ ਗਿਆ ਤੁਹਾਡੇ ਸਾਰਿਆਂ ਤੇ। ਇਹੀ ਸਭ ਹਾਸੇ ਹੋ ਰਹੇ ਸੀ। ਮੈਂ ਘੱਟ ਹੀ ਬੋਲਦਾ ਸੀ ਕਿਉਂਕਿ ਮੇਰੀ ਭੈਣਾਂ ਵੀ ਬੈਠੀਆਂ ਸੀ ਨਾਲ ਹੀ। ਕੁਝ ਟਾਈਮ ਬਾਅਦ ਮੇਰੀ ਭੈਣਾਂ ਤੇ ਉਹ ਦੋਨੋਂ ਨਵੀਂ ਭਾਬੀ ਨੂੰ ਦੇਖਣ ਚਲੀ ਗਈਆਂ। ਟਾਈਮ ਬੀਤਦਾ ਗਿਆ ਤੇ ਸ਼ਾਮ ਹੋ ਗਈ ਸੀ। ਮੈਂ ਬਾਹਰ ਬੈਠ ਕੇ ਫੋਨ ਤੇ ਗਾਣੇ ਸੁਣ ਰਿਹਾ ਸੀ ਕਿ ਪੂਜਾ ਆ ਗਈ ਤੇ ਕਹਿੰਦੀ, ਲੱਗਦਾ ਪਿਆਰ ਹੋ ਗਿਆ ਤੁਹਾਨੂੰ ਉਰਮਿਲਾ ਨਾਲ। ਮੈਂ ਕਿਹਾ, ਉਹ ਤਾਂ ਹੁਣੇ ਬੱਚੀ ਆ, ਨਾਲੇ ਉਹ ਵੀ ਮੇਰੀ ਭੈਣ ਹੀ ਲੱਗਦੀ ਏ। ਮੈਂ ਤਾਂ ਬਸ ਮਜ਼ਾਕ ਹੀ ਕਰਦਾ ਸੀ। ਫਿਰ ਕਹਿੰਦੀ, ਅਸੀਂ ਤਾਂ 3-4 ਦਿਨ ਬਾਅਦ ਚਲੇ ਜਾਣਾ ਦਿੱਲੀ, ਪਰ ਇਹ ਪਿੰਡ ਨੂੰ ਬੜਾ ਯਾਦ ਕਰੂੰਗੀ ਮੈਂ ਕਿਹਾ, ਹਾਂ ਬਸ ਯਾਦਾਂ ਹੀ ਰਹਿ ਜਾਣੀਆਂ, ਤੁਸੀਂ ਕਿੱਥੇ ਤੇ ਅਸੀਂ ਕਿੱਥੇ ਫਿਰ। ਕਹਿੰਦੀ, ਜਾਣਾ ਤਾਂ ਅਸੀਂ ਏ, ਤੁਸੀਂ ਤਾਂ ਇੱਥੇ ਹੀ ਰਹਿਣਾ। ਮੈਂ ਕਿਹਾ, ਕੌਣ ਕਹਿੰਦਾ? ਕਹਿੰਦੀ, ਕਿਉਂ ਤੁਹਾਡਾ ਪਿੰਡ ਨਹੀਂ? ਮੈਂ ਕਿਹਾ, ਨਹੀਂ ਜੀ, ਅਸੀਂ ਤਾਂ ਪੰਜਾਬ ਤੋਂ ਆ, ਨਾਲੇ ਇਹ ਸਾਡੇ ਭੂਆ ਦਾ ਪਿੰਡ ਆ, ਅਸੀਂ ਤਾਂ ਵਿਆਹ 'ਚ ਆਏ ਹਾਂ। ਫਿਰ ਉਹਨੇ ਪੁੱਛਿਆ, ਤੁਸੀਂ ਕਦੋਂ ਜਾਣਾ ਫਿਰ? ਮੈਂ ਕਿਹਾ, ਦੇਖੋ ਕੀ ਪਤਾ ਅੱਜ ਹੀ ਚਲੇ ਜਾਈਏ, ਨਹੀਂ ਤਾਂ ਕੱਲ ਤਾਂ ਪੱਕਾ ਹੀ ਆ। ਤੇ ਕਹਿੰਦੀ, ਫਿਰ ਤਾਂ ਆਖਰੀ ਮੁਲਾਕਾਤ ਹੀ ਹੈ ਆਪਣੀ। ਮੈਂ ਕਿਹਾ, ਦੇਖੋ ਜੇਕਰ ਕਿਸਮਤ 'ਚ ਹੋਇਆ ਤਾਂ ਫਿਰ ਮਿਲਾਂਗੇ। ਮੈਂ ਉਹਨੂੰ ਪੁੱਛਿਆ, ਤੁਸੀਂ ਫੇਸਬੁੱਕ ਚਲਾਉਂਦੇ ਹੋ? ਉਹਨੇ ਕਿਹਾ, ਜਦੋਂ ਮੇਰੇ ਕੋਲ ਫੋਨ ਹੀ ਨਹੀਂ ਆ ਤਾਂ ਮੈਂ ਫੇਸਬੁੱਕ ਕੀ ਚਲਾਉਣਾ। ਫਿਰ ਅਸੀਂ ਦੋਵੇਂ ਹੀ ਹੱਸਣ ਲੱਗੇ। ਕੁਝ ਟਾਈਮ ਗੱਲ ਕਰਦੇ ਨੂੰ ਉੱਥੇ ਮੇਰੇ ਚਾਚੇ ਦੇ ਮੁੰਡੇ ਵੀ ਆ ਗਏ। ਥੋੜੀ ਦੇਰ ਬਾਅਦ ਉਹ ਵੀ ਉੱਥੋਂ ਚਲੀ ਗਈ। ਫਿਰ ਅਸੀਂ ਸਾਰਿਆਂ ਨੇ ਖਾਣਾ ਖਾਇਆ ਤੇ ਮੈਂ ਤੇ ਮੇਰੀ ਭੈਣ ਤੇ ਚਾਚੇ ਦੇ ਮੁੰਡੇ ਲੂਡੋ ਖੇਡਣ ਲੱਗੇ ਤੇ ਰਾਤ ਹੋ ਗਈ ਸੀ ਤੇ ਸਭ ਗਏ। ਸਵੇਰ ਹੋਈ 10 ਵਜੇ ਤੱਕ ਉਰਮਿਲਾ ਆਈ ਤੇ ਕਹਿਣ ਲੱਗੀ, ਚਲੋ ਅੱਜ ਬਾਜ਼ਾਰ ਚੱਲਦੇ ਹਾਂ ਸਾਰੇ। ਮੈਂ ਕਿਹਾ, ਤੁਸੀਂ ਜਾਓ, ਮੈਂ ਨਹੀਂ ਜਾਣਾ। ਡਰੋ ਨਾ, ਕੋਈ ਨਹੀਂ ਚੱਕ ਕੇ ਲੈ ਜਾਣ ਵਾਲਾ ਤੁਹਾਨੂੰ। ਇੰਨੀ ਗੱਲ ਹੋ ਹੀ ਰਹੀ ਸੀ ਕਿ ਮੇਰੇ ਡੈਡੀ ਕਹਿਣ ਲੱਗੇ ਕਿ ਸਮਾਨ ਰੱਖ ਲਓ ਆਪਣਾ, ਆਪਾਂ ਵੀ ਘੰਟੇ ਤੱਕ ਪਿੰਡ ਨਿਕਲਣਾ ਆ। ਮੈਂ ਠੀਕ ਆਖ ਦਿੱਤਾ। ਸੁਮਨ ਮੇਰੇ ਡੈਡੀ ਨੂੰ ਕਹਿਣ ਲੱਗੀ, ਮਾਮਾ ਜੀ ਹੁਣੇ ਨਹੀਂ ਜਾਣਾ ਕਿਸੇ ਨੇ, ਪਹਿਲੀ ਵਾਰ ਤਾਂ ਆਏ ਹੋ ਤੇ ਜਾਣ ਦੀ ਗੱਲ ਕਰ ਰਹੇ ਹੋ। ਡੈਡੀ ਨੇ ਕਿਹਾ, ਘਰ ਦਾ ਕੰਮ ਕਰਾਉਣਾ ਥੋੜਾ, ਤੇ ਪਿੰਡ 'ਚ ਇਹਨਾਂ ਦੀ ਮੰਮੀ ਵੀ ਇਕੱਲੀ ਹੀ ਆ ਤੇ ਜਾਣਾ ਪੈਣਾ, ਅਗਲੀ ਵਾਰ ਫੇਰ ਆਵਾਂਗੇ। ਮੈਂ ਫੇਰ ਅੰਦਰ ਚਲਾ ਗਿਆ। ਨਾਲ ਹੀ ਮੇਰੀ ਭੂਆ ਦੀ ਕੁੜੀ ਸੁਮਨ ਤੇ ਮੇਰੀ ਦੋਵੇਂ ਭੈਣਾਂ ਵੀ ਘਰ ਅੰਦਰ ਆ ਗਈਆਂ। ਨਵੀਂ ਭਾਬੀ ਵੀ ਉੱਥੇ ਹੀ ਸੀ। ਫਿਰ ਸੁਮਨ ਕਹਿਣ ਲੱਗੀ, ਭਾਜੀ ਆਪਣਾ ਨੰਬਰ ਦੇ ਦਿਓ, ਮੈਂ ਘਰ ਵਾਲਿਆਂ ਦਾ ਹਾਲ ਚਾਲ ਪੁੱਛ ਲਿਆ ਕਰੂੰਗੀ। 5 ਮਿੰਟ ਤੱਕ ਉਰਮਿਲਾ ਤੇ ਪੂਜਾ ਵੀ ਆ ਗਈਆਂ ਕਮਰੇ 'ਚ। ਉੱਥੇ ਪਹਿਲਾਂ ਤੋਂ ਮੇਰੇ ਚਾਚੇ ਦਾ ਮੁੰਡਾ ਵੀ ਬੈਠਾ ਸੀ ਭਾਬੀ ਕੋਲ। ਫਿਰ ਸੁਮਨ ਨੇ ਕਿਹਾ, ਪੂਜਾ ਤੂੰ ਵੀ 3-4 ਦਿਨ ਤੱਕ ਚਲੇ ਜਾਣਾ, ਤੂੰ ਵੀ ਆਪਣਾ ਨੰਬਰ ਦੇ ਦੇਵੀਂ ਮੈਨੂੰ। ਉਸ ਟਾਈਮ ਪੂਜਾ ਕੋਲ ਫੋਨ ਨਹੀਂ ਸੀ। ਉਹਨੇ ਆਪਣੇ ਘਰ ਦਾ ਨੰਬਰ ਪੈਨਸਲ ਨਾਲ ਇੱਕ ਦੀਵਾਰ ਤੇ ਲਿਖ ਦਿੱਤਾ। ਮੈਂ ਦੇਖ ਲਿਆ ਸੀ ਪਰ ਮੈਂ ਇਗਨੋਰ ਕਰ ਦਿੱਤਾ। ਕੁਝ ਟਾਈਮ ਬਾਅਦ ਹੀ ਮੇਰੇ ਡੈਡੀ ਦਾ ਫੋਨ ਆ ਗਿਆ ਤਾਂ ਚੱਲਣ ਨੂੰ ਕਹਿਣ ਲੱਗੇ ਤੇ ਅਸੀਂ ਬਾਹਰ ਨੂੰ ਆ ਗਏ, ਮੈਂ ਤੇ ਮੇਰੀ ਦੋਵੇਂ ਭੈਣਾਂ। ਡੈਡੀ ਬਾਹਰ ਹੀ ਖੜੇ ਸੀ। ਅਸੀਂ ਜਾਣ ਲੱਗੇ ਤਾਂ ਮੇਰੇ ਭੂਆ ਦਾ ਵੱਡਾ ਮੁੰਡਾ ਜਿਨ੍ਹਾਂ ਦਾ ਵਿਆਹ ਸੀ ਤੇ ਸੁਮਨ ਸਾਨੂੰ ਛੱਡਣ ਲਈ ਆਟੋ ਤੱਕ ਨਾਲ ਗਏ ਤੇ ਅਸੀਂ ਆਟੋ ਤੇ ਬੈਠ ਗਏ। ਫਿਰ ਉਹ ਜਾਂਦੇ ਹੋਏ ਕਹਿਣ ਲੱਗੇ, ਦੁਬਾਰਾ ਜ਼ਰੂਰ ਆਇਓ। ਅਸੀਂ ਆਪਣੇ ਪਿੰਡ ਵੱਲ ਨਿਕਲ ਗਏ ਤੇ ਘੰਟੇ ਤੱਕ ਆਪਣੇ ਪਿੰਡ ਪਹੁੰਚ ਗਏ। ਮੇਰੇ ਚਾਚੇ ਦੇ ਮੁੰਡੇ ਹੁਣੀ ਉੱਥੇ ਹੀ ਸੀ ਜੋ ਸਾਡੇ ਪਿੰਡ ਤੋਂ ਹੀ ਸੀ। ਮੇਰਾ ਦਿਲ ਆਪਣੇ ਪਿੰਡ 'ਚ ਨਹੀਂ ਲੱਗ ਰਿਹਾ ਸੀ ਕਿਉਂਕਿ ਮੇਰਾ ਦਿਲ ਆਪਣੇ ਭੂਆ ਦੇ ਪਿੰਡ ਲੱਗ ਚੁੱਕਿਆ ਸੀ। ਨਾ ਹੀ ਮੇਰੇ ਕੋਲ ਉਸ ਦਾ ਨੰਬਰ ਸੀ ਤੇ ਨਾ ਹੀ ਉਹਦੀ ਕੋਈ ਆਈਡੀ। ਉਹ ਦਿੱਲੀ ਦੀ ਤੇ ਮੈਂ ਜਲੰਧਰ ਦਾ। ਦੇਖੋ ਫਿਰ ਕਿਵੇਂ ਸਾਨੂੰ ਕਿਸਮਤ ਨੇ ਦੂਜੀ ਵਾਰ ਮਿਲਾਇਆ ਤੇ ਸਾਡੇ ਪਿਆਰ ਦੀ ਕਿਵੇਂ ਸ਼ੁਰੂਆਤ ਹੋਈ। ਦੇਖਦੇ ਹਾਂ ਅਗਲੇ ਭਾਗ ਵਿੱਚ। ਗਾਇਸ, ਜੇਕਰ ਇਹ ਵੀਰ ਦੀ ਰੀਅਲ ਸਟੋਰੀ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ
ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ ਤੇ ਜਾਂ ਫਿਰ ਨੰਬਰ ਤੇ ਮੈਸੇਜ ਕਰ ਸਕਦੇ ਹੋ। ਮਿਲਦੇ ਹਾਂ ਅਗਲੀ ਸਟੋਰੀ 'ਚ। ਧੰਨਵਾਦ।